ਸੱਤਵੀਂ ਵੀਡੀਓ ਮਸਕੀਨ ਜੀ ਦੀ ਆਪਣੀ ਲਿਖੀ ਪੁਸਤਕ ਤੀਜਾ ਨੇਤਰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਦਰਬਾਰੇ ਅਕਬਰੀ ਦਾ ਮਹਾਨ ਰਤਨ ਕਵੀ ਰਹੀਮ ਅਕਬਰ ਦੇ ਬਾਅਦ ਜਹਾਂਗੀਰ ਦੀ ਸੈਨਾ ਦੇ ਰਾਸ਼ਟਰਪਤੀ ਬਣੇ। ਜਹਾਂਗੀਰ ਦੇ ਤੰਗ ਸੁਭਾਅ ਨੇ ਰਹੀਮ ਦੀ ਖੁੱਲ੍ਹਦਿਲੀ ਤੇ ਖਾਸ ਕਰਕੇ ਕ੍ਰਿਸ਼ਨ ਭਗਤੀ ਪਸੰਦ ਨਾ ਕੀਤੀ। ਆਪ ਨੂੰ ਬੇਸਰੋ ਸਮਾਨੇ ਦੀ ਹਾਲਤ ਵਿੱਚ ਕੱਢ ਬਾਹਰ ਸੁੱਟਿਆ। ਰਹੀਮ ਮਧੂਕਰੀ ਮੰਗ ਆਪਣਾ ਗੁਜ਼ਾਰਾ ਕਰਦੇ ਰਹੇ। या रहीम दर दर फिरे मांग मधुकरी खाए, यारो यारी छोड़ दो अब रहीम वो ना है। ਵਿਚਰਦੇ ਰਹੀਮ ਜਦ ਚਿੱਤਰਕੂਟ ਪੁੱਜੇ ਤੇ ਉੱਥੇ ਉਹਨਾਂ ਨੂੰ ਪਤਾ ਚੱਲਿਆ ਕਿ ਇੱਥੇ ਕਵੀ ਤੁਲਸੀ ਰਹਿੰਦੇ ਹਨ ਤਾਂ ਆਪ ਨੇ ਉਹਨਾਂ ਨੂੰ ਮਿਲਣ ਦੀ ਠਾਨੀ। ਤੁਲਸੀ ਨੂੰ ਵੀ ਪਤਾ ਚੱਲ ਗਿਆ ਕਿ ਕਵੀ ਰਹੀਮ ਮੈਨੂੰ ਮਿਲਣ ਆ ਰਹੇ ਹਨ। ਚਿੱਤਰਕੂਟ ਦੇ ਘਾਟ ਤੇ ਬੈਠੇ ਤੁਲਸੀ ਨੇ ਦੇਖਿਆ ਕਿ ਰਹੀਮ ਉਹ ਸਾਹਮਣੇ ਆ ਰਹੇ ਹਨ। ਦੇਵਨੈਤ ਕਿਸੇ ਰਾਜੇ ਦਾ ਹਾਥੀ ਤੁਲਸੀ ਦੇ ਨੇੜੇ ਖੜਾ ਸੀ ਤੇ ਉਹ ਧਰਤੀ ਦੀ ਧੂੜ ਸੁੰਡ ਨਾਲ ਪੁੱਟ ਕੇ ਆਪਣੇ ਮਸਤਕ ਤੇ ਪਾ ਰਿਹਾ ਸੀ ਤਾਂ ਕਵੀ ਤੁਲਸੀ ਨੇ ਕੋਲ ਆ ਗਏ ਰਹੀਮ ਤੇ ਇਹ ਪ੍ਰਸ਼ਨ ਖੜਾ ਕਰ ਦਿੱਤਾ, ਧੂੜ ਉਟਾਵਤ ਸੀਸ ਪਰ ਕਹੁ ਰਹੀਮ ਕਹਿ ਕਾਜ। ਇਹ ਹਾਥੀ ਹਰ ਵਕਤ ਧਰਤੀ ਦੀ ਧੂੜ ਆਪਣੇ ਮਸਤਕ ਤੇ ਪਾਉਂਦਾ ਰਹਿੰਦਾ ਹੈ, ਐਸਾ ਕਿਉਂ ਕਰਦਾ ਹੈ? ਤਾਂ ਰਹੀਮ ਦਾ ਜਵਾਬ ਬੜਾ ਭਾਵਪੂਰਨ ਹੈ। ਜਿਹਰਾ ਜਮੁਨ ਪਤਨੀ ਤਰੀ ਸੋ ਢੂੰਡਤ ਗਜ ਰਾਜ। ਜਿਸ ਚਰਨ ਧੂੜ ਦਾ ਸਦਕਾ ਗੌਤਮ ਦੀ ਨਹਰ ਅਹਲਿਆ ਦਾ ਉਧਾਰ ਹੋਇਆ ਹੈ, ਇਹ ਉਸੇ ਚਰਨਾਂ ਦੀ ਧੂੜ ਲੱਭ ਰਿਹਾ ਹੈ। ਤੇ ਤਾਂ ਤੁਲਸੀ ਭਾਵ ਵਿਭਰ ਹੋ ਰਹੀਮ ਨੂੰ ਗਲੇ ਲਾ ਫਿਰ ਉਸਦੇ ਚਰਨਾਂ ਦੀ ਖਾਕ ਨੂੰ ਮੱਥੇ ਤੇ ਲਾਇਆ। ਆਦਿ ਕਾਲ ਤੋਂ ਇਹ ਗੱਲ ਆਤਮਦਰਸ਼ੀਆਂ ਦੀ ਸਮਝ ਵਿੱਚ ਆ ਗਈ ਸੀ ਕਿ ਚਰਨ ਰੱਜ ਮਸਤਕ ਦੇ ਲੇਖ ਬਦਲ ਦਿੰਦੀ ਹੈ, ਤਨ ਪਾਵਨ ਕਰਦੀ ਹੈ, ਮਨ ਨੂੰ ਸ਼ੁਭ ਪ੍ਰੇਰਨਾ ਦਿੰਦੀ ਹੈ। ਗੁਰੂ ਘਰ ਵਿੱਚ ਤਾਂ ਆਰੰਭ ਤੋਂ ਹੀ ਚਰਨ ਧੂੜੀ ਦੀ ਮਹਿਮਾ ਰਹੀ ਹੈ ਤੇ ਸਿੱਖ ਮਸਤਕ ਤੇ ਲਾ ਆਪਣੇ ਧਨ ਭਾਗ ਸਮਝਦੇ ਹਨ। ਚਰਨ ਧੂੜੀ ਵਿੱਚ ਪਰਮ ਰਸ ਤੇ ਪਰਮ ਆਨੰਦ ਲੁਕਿਆ ਪਿਆ ਹੈ। ਗੁਰਸਿੱਖ ਸੰਤਾਂ ਦੇ ਚਰਨਾਂ ਦੀ ਧੂੜ ਪ੍ਰਮਾਤਮਾ ਦੇ ਚਰਨਾਂ ਦੀ ਧੂੜ ਹੈ ਤੇ ਇਸ ਧੂੜੀ ਵਿੱਚ ਰਹਿਣਾ ਤਾਂ ਪ੍ਰਮਾਤਮਾ ਨੂੰ ਹੀ ਗੱਲ ਵਕੜੀ ਪਾਉਣੀ ਹੈ। ਧੂੜੀ ਵਿੱਚ ਲੁਡੰਦੜੀ ਸੋਹਾ ਨਾਨਕ ਤੈਸੈ ਨਾਲੇ। ਸ਼ਲੋਕ ਮਹੱਲਾ ਪੰਜਵਾਂ ਅੰਗ 1425। ਚਰਨ ਧੂੜ ਗਰੂੜ ਨੂੰ ਨਾਸ ਕਰਦੀ ਹੈ, ਨਿਰਮਾਣ ਭਾਵ ਪੈਦਾ ਕਰਦੀ ਹੈ। ਚਰਨ ਧੂੜ ਜਪ ਤਪ ਦੀ ਪ੍ਰੇਰਨਾ ਦਿੰਦੀ ਹੈ ਤੇ ਸਰੀਰ ਪਾਵਨ ਕਰਦੀ ਹੈ। ਗੁਰੂ ਗੁਰਬਾਣੀ ਨਾਲ ਜੁੜੇ ਗੁਰਸਿੱਖਾਂ ਦੇ ਚਰਨਾਂ ਦੀ ਧੂੜ, ਅਕਾਲ ਪੁਰਖ ਦੇ ਚਰਨਾਂ ਦੀ ਧੂੜ ਤੇ ਵਡਭਾਗੀਆਂ ਨੂੰ ਇਹ ਸੌਗਾਤ ਨਸੀਬ ਹੁੰਦੀ ਹੈ। ਜਿਨ੍ਹਾਂ ਦਾ ਜੀਵਨ ਚੋਲਾ ਨਾਮ ਨਾਲ ਰੰਗਿਆ ਹੋਇਆ ਹੈ, ਜਿਨ੍ਹਾਂ ਦੇ ਹਿਰਦੇ ਪ੍ਰਭੂ ਪਿਆਰੇ ਦੀ ਯਾਦ ਹੈ, ਜਿਨ੍ਹਾਂ ਦੀਆਂ ਅੱਖਾਂ ਸਿਰਫ ਉਸ ਪਿਆਰੇ ਨੂੰ ਹੀ ਵੇਖਣ ਵਿੱਚ ਮੁਸ਼ਤਾਕ ਹਨ, ਉਹਨਾਂ ਦੇ ਚਰਨਾਂ ਦੀ ਧੂੜ ਦੇ, ਉਹਨਾਂ ਦੇ ਚਰਨਾਂ ਦੀ ਧੂੜ ਦੇ। ਜਿਨ ਕੇ ਚੋਲੇ ਰਤੜੇ ਪਿਆਰੇ ਕੰਥ ਤਿਨਾ ਕੈ ਪਾਸ, ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ। ਤਲਿੰਗ ਮਹੱਲਾ ਪਹਿਲਾ ਅੰਗ 722। ਭਾਗ ਸਤਵਾਂ ਵਿਸਮਾਦ। ਅਦਭੁਤ ਵਿਸਮਾਦ ਇੱਕ ਪਰਮ ਅਵਸਥਾ ਹੈ। ਜਦ ਵੇਖੀਏ ਤੇ ਪੂਰਾ ਵੇਖ ਨਾ ਸਕੀਏ, ਸੁਣੀਏ ਔਰ ਪੂਰਾ ਸੁਣ ਨਾ ਸਕੀਏ, ਜਿਸ ਨੂੰ ਕਥਨ ਕਰੀਏ ਤੇ ਫਿਰ ਕਥਨ ਤੋਂ ਬਾਹਰ ਰਹਿ ਜਾਏ, ਅਕਥ ਹੋ ਜਾਵੇ। ਐਸੀ ਹਾਲਤ ਵਿੱਚ ਵਿਸਮਾਦ ਦਾ ਆਨੰਦ ਮਾਣੀਦਾ ਹੈ। ਵਿਸਮਾਦ ਰਸ ਮਾਣਨ ਲਈ ਗਹਿਰੀ ਦ੍ਰਿਸ਼ਟੀ ਚਾਹੀਦੀ ਹੈ ਤੇ ਗਹਿਰੀ ਦ੍ਰਿਸ਼ਟੀ ਸਾਧਨਾ ਨਾਲ ਬਣਦੀ ਹੈ। ਜੈਸੇ ਜੈਸੇ ਬੁੱਧ ਸੂਖਮ ਹੁੰਦੀ ਹੈ, ਵਿਸਮਾਦ ਦੀ ਵਰਖਾ ਹੋਣ ਲੱਗ ਪੈਂਦੀ ਹੈ। ਸੂਖਮ ਬੁੱਧ ਬਾਰੀਕ ਦ੍ਰਿਸ਼ਟੀ ਬਹੁਤ ਘੱਟ ਮਨੁੱਖਾਂ ਕੋਲ ਹੁੰਦੀ ਹੈ। ਪਰਮਾਤਮਾ ਤਾਂ ਅਤੀ ਸੂਖਮ ਹੈ। ਹਰ ਜੀ ਸੂਖਮ ਅਗਮ ਹੈ, ਕਿਤਵਿਦ ਮਿਲਿਆ ਜਾਏ। ਸੂਈ ਮਹੱਲਾ ਤੀਜਾ ਅੰਗ 756। ਜਿਸ ਦੁਆਰ ਤੋਂ ਲੰਘ ਕੇ ਪ੍ਰਭੂ ਪ੍ਰੀਤਮ ਤੱਕ ਪੁੱਜਣਾ ਹੈ, ਉਹ ਮੋਖ ਦੁਆਰ ਤਾਂ ਭਗਤ ਕਬੀਰ ਜੀ ਦੇ ਕਥਨ ਅਨੁਸਾਰ ਰਾਈ ਦੇ ਦਾਣੇ ਤੇ 10ਵੇਂ ਹਿੱਸੇ ਤੋਂ ਵੀ ਬਾਰੀਕ ਹੈ, ਜਿਸ ਨੂੰ ਇਸ ਮੋਟੀ ਅੱਖ ਦ੍ਰਿਸ਼ਟੀ ਨਾਲ ਵੇਖਿਆ ਨਹੀਂ ਜਾ ਸਕਦਾ। ਆਮ ਕਹਾਵਤ ਹੈ ਕਿ ਫਲਾਣੇ ਦੀ ਅਕਲ ਹੈ ਕਿ ਮੱਝ ਹੈ ਭੈਂਸ ਹੈ। ਮੋਟੀ ਅਕਲ ਠੋਸ ਬੁੱਧੀ ਦੀ ਤੁਲਨਾ ਮੱਝ ਨਾਲ ਕੀਤੀ ਗਈ ਹੈ। ਕਬੀਰ ਜੀ ਹਾਥੀ ਨਾਲ ਤੁਲਨਾ ਕਰਦੇ ਹਨ। ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸੇ ਭਾਏ, ਮਨ ਤੋਂ ਮੈਗਲ ਹੋਏ ਰਿਓ ਨਿਕਸੋ ਕਿਉਂ ਕਹਿ ਜਾਏ। ਸ਼ਲੋਕ ਕਬੀਰ ਜੀ ਅੰਗ 1367। ਹਰ ਵਕਤ ਧਨ ਸੰਪਦਾ ਰੂਪ ਦਾ ਚਿੰਤਨ,
ਅਕਲ ਮੋਟੀ ਕਰ ਦਿੰਦਾ ਹੈ ਤੇ ਜੀਵਨ ਦੀ ਸੂਖਮਤਾ ਨਾਲੋਂ ਸੰਬੰਧ ਟੁੱਟ ਜਾਂਦਾ ਹੈ। ਵਾਸਤਵਿਕ ਤਾਂ ਇਹੋ ਜਿਹੀ ਮੋਟੀ ਅਕਲ ਦਾ ਬੰਦਾ ਹੀ ਮਾਇਆਧਾਰੀ ਹੈ, ਕਿਉਂਕਿ ਸੱਚ ਸੁਣ ਨਹੀਂ ਸਕਦਾ ਤੇ ਸੱਚ ਵੇਖ ਨਹੀਂ ਸਕਦਾ। ਸੂਖਮ ਦ੍ਰਿਸ਼ਟ ਤੇ ਸੂਖਮ ਸਰੋਤ ਤੋਂ ਹੀਣਾ ਹੈ। ਅਸਲ ਵਿੱਚ ਇਹ ਅੰਧਾ ਤੇ ਬਹਿਰਾ ਹੁੰਦਾ ਹੈ। ਮਾਇਆਧਾਰੀਅਤ ਅੰਨਾ ਬੋਲਾ। ਰਾਗ ਗੋੜੀਵਾਰ ਮਹਲਾ ਤੀਜਾ ਅੰਕ 313। ਵਿਸਮਾਦ ਰਸ ਤੋਂ ਮਾਇਆਧਾਰੀ ਦਾ ਜੀਵਨ ਸਖਣਾ ਹੁੰਦਾ ਹੈ। ਵਿਸਮਾਦ ਅਕਾਲ ਪੁਰਖ ਦੀ ਦਿੱਤੀ ਹੋਈ ਇੱਕ ਮਹਾਨ ਸੌਗਾਤ ਹੈ। ਜੇ ਬੁੱਧ ਸੂਖਮ ਹੋਵੇ ਤਾਂ ਚਾਰੋਂ ਪਾਸੇ ਹੀ ਵਿਸਮਾਦ ਰਸ ਬਿਖਰਿਆ ਪਿਆ ਹੈ। ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ, ਪਸ਼ੂ ਦੀ ਆਵਾਜ਼, ਪੰਛੀਆਂ ਦੀ ਚਹਿਚਹਾਟ, ਸਾਗਰ ਦਾ ਗਰਜਨ, ਮਨੁੱਖੀ ਵੱਖ-ਵੱਖ ਬੋਲੀ ਤੇ ਧੁਨੀ ਬਾਰੀਕ ਬੀਨ ਨੂੰ ਵਿਸਵਾਦ ਵਿੱਚ ਲੈ ਜਾਂਦੀ ਹੈ। ਵੱਖ-ਵੱਖ ਤਰ੍ਹਾਂ ਦੇ ਜਾਨਦਾਰ ਤੇ ਹਰ ਜੀਅ ਦਾ ਜੀਅ ਨਾਲ ਤਨ ਦਾ ਤੇ ਜੀਵਨ ਸ਼ੈਲੀ ਦਾ ਭੇਦ, ਤਰ੍ਹਾਂ ਤਰ੍ਹਾਂ ਦੇ ਰੂਪ ਰੰਗ, ਸੁੰਦਰਤਾ, ਪਸ਼ੂਆਂ ਦਾ ਨੰਗੇ ਹੀ ਵਿਚਰਨਾ, ਕਿਧਰੇ ਪਵਨ ਦਾ ਵੇਗ ਤੇ ਕਿਧਰੇ ਪਾਣੀ ਦੀ ਤਰਲਤਾ ਤੇ ਕਿਧਰੇ ਅਗਨੀ ਦੇ ਅਦਭੁਤ ਕੌਤਕ ਬੌਧਿਕ ਪੁਰਸ਼ ਨੂੰ ਵਿਸਮਾਦ ਵਿੱਚ ਲੈ ਜਾਂਦੇ ਹਨ। ਬੁੱਧ ਸੂਖਮ ਕਰਨ ਦਾ ਸਾਧਨਾ ਕਰੀਏ। ਵਿਸਮਾਦ ਤਾਂ ਚਾਰੋਂ ਪਾਸੇ ਪਸਰਿਆ ਹੋਇਆ ਹੈ ਤੇ ਬੁੱਧ ਸੂਖਮ ਤਾਂ ਹੋਵੇਗੀ ਜੇ ਸੂਖਮ ਦਾ ਚਿੰਤਨ ਕਰੀਏ। ਹਰੀ ਅਤੀ ਸੂਖਮ ਹੈ। ਇਸ ਵਾਸਤੇ ਜੈਸੀ ਬੁੱਧ ਹਰੀ ਚਿੰਤਨ ਕਰਨ ਵਾਲਿਆਂ ਕੋਲ ਹੁੰਦੀ ਹੈ, ਐਸੀ ਹਰ ਕਿਸੇ ਕੋਲ ਵੀ ਨਹੀਂ ਹੁੰਦੀ। ਸੂਖਮ ਬੁੱਧ ਨਾਲ ਹੀ ਅਧਿਆਤਮਕ ਸਿੱਧੀ ਮਿਲਦੀ ਹੈ। ਕਹਿ ਕਬੀਰ ਬੁੱਧ ਹਰ ਲਈ, ਮੇਰੀ ਬੁੱਧ ਬਦਲੀ ਸਿੱਧ ਪਾਈ। ਗੌੜੀ ਸ਼੍ਰੀ ਕਬੀਰ ਜੀ ਅੰਕ 339। ਵਿਵੇਕ ਬੁੱਧ ਸਤਿਗੁਰ ਤੇ ਪਾਈ, ਗੁਰ ਗਿਆਨ ਗੁਰੂ ਪ੍ਰਭ ਕੇਰਾ। ਟੋਡੀ ਮਹੱਲਾ ਚੌਥਾ ਅੰਕ 711। ਮਨੁੱਖ ਕੋਲ ਤਿੰਨ ਤਰ੍ਹਾਂ ਦਾ ਬੋਲਣ ਦਾ ਢੰਗ ਹੈ। ਇੱਕ ਤਾਂ ਆਮ ਬੋਲਚਾਲ ਜੋ ਗੱਦ ਵਿੱਚ ਬੋਲਦਾ ਹੈ, ਨਸਰ ਵਿੱਚ ਬੋਲਦਾ ਹੈ। ਆਮ ਜ਼ਿੰਦਗੀ ਵਿੱਚ ਗੱਦ ਇਸੇ ਦੀ ਹੀ ਵਰਤੋਂ ਹੈ। ਇਹ ਬੋਲਚਾਲ ਵਿਵਹਾਰਿਕ ਹੈ, ਕੰਮ ਚਲਾਊ ਹੈ। ਇੱਕ ਹੋਰ ਬੋਲ ਹੈ ਜੋ ਪਦ ਵਿੱਚ ਬੋਲੇ ਜਾਂਦੇ ਹਨ, ਨਜ਼ਮ ਵਿੱਚ, ਸ਼ਾਇਰੀ, ਕਵਿਤਾ ਵਿੱਚ ਆਖੇ ਜਾਂਦੇ ਹਨ। ਨਸ਼ਰ ਨਾਲ ਨਜ਼ਮ, ਗੱਦ ਨਾਲੋਂ ਪਦ, ਕਵਿਤਾ ਜਰਾ ਗਹਿਰੀ ਹੈ ਤੇ ਨਜ਼ਮ ਦਾ, ਸ਼ਾਇਰੀ, ਕਵਿਤਾ ਦਾ ਪ੍ਰਭਾਵ ਡੂੰਘਾ ਪੈਂਦਾ ਹੈ। ਸ਼ਾਇਰ ਕਵੀ ਆਮ ਜੀਵਨ ਨਾਲੋਂ ਅੱਗੇ ਹੈ। ਉਸ ਕੋਲ ਦ੍ਰਿਸ਼ਟ ਜਰਾ ਗਹਿਰੀ ਹੈ। ਜੋ ਉਸ ਨੂੰ ਦਿਖਾਈ ਦਿੰਦਾ ਹੈ ਉਹ ਆਮ ਸਧਾਰਨ ਜਨ ਨੂੰ ਨਹੀਂ ਦਿਖਾਈ ਦਿੰਦਾ। ਕਵੀ ਥੋੜ੍ਹੇ ਵਿਸਮਾਦ ਵਿੱਚ ਰਹਿੰਦਾ ਹੈ, ਰਹੱਸ ਵਿੱਚ ਰਹਿੰਦਾ ਹੈ। ਤਦੇ ਤਾਂ ਉਸਦੇ ਬੋਲ ਪਰੋਏ ਹੋਏ ਮੋਤੀ ਹੁੰਦੇ ਹਨ ਤੇ ਆਮ ਸਧਾਰਨ ਜਨ ਦੇ ਹਿਰਦੇ 'ਤੇ ਵੀ ਗਹਿਰੀ ਚੋਟ ਕਰਦੇ ਹਨ। ਜਿਤਨਾ ਪ੍ਰਕਿਰਤੀ ਦੇ ਸੁਹੱਪਣ ਨੂੰ ਵੇਖ ਕੇ ਕਵੀ ਆਨੰਦ ਮਾਣਦਾ ਹੈ, ਉਹ ਹੋਰ ਕਿਸੇ ਦੇ ਹਿੱਸੇ ਨਹੀਂ ਆਇਆ। ਸਰੀਰ ਤੋਂ ਉੱਚਾ ਉੱਠ ਕੇ ਬੌਧਿਕ ਤਲ 'ਤੇ ਜੀਵਨ ਵਾਲਾ ਜੋ ਵਿਅਕਤੀ ਹੈ, ਉਸ ਦੀਆਂ ਗੱਲਾਂ ਬੋਧ ਨਾਲ ਭਰੀਆਂ ਹੁੰਦੀਆਂ ਹਨ ਤੇ ਜੱਗ ਨੂੰ ਬੋਧ ਦਿੰਦੀਆਂ ਹਨ। ਪਰ ਇਸ ਤੋਂ ਅੱਗੇ ਬੋਲਣ ਦਾ ਇੱਕ ਹੋਰ ਵੀ ਢੰਗ ਹੈ, ਜਿੱਥੇ ਗੱਦ ਨਹੀਂ ਤੇ ਪਦ ਵੀ ਨਹੀਂ। ਆਮ ਬੋਲਚਾਲ ਤਾਂ ਨਹੀਂ ਹੈ, ਪਰ ਕਵਿਤਾ ਵੀ ਨਹੀਂ ਹੈ। ਕਹਿਣ ਦਾ ਇੱਕ ਹੋਰ ਢੰਗ ਹੈ ਜੋ ਇਹਨਾਂ ਦੋਹਾਂ ਤੋਂ ਅੱਗੇ ਹੈ। ਉਹ ਹੈ ਵਿਸਮਾਦ, ਮੌਨ, ਚੁੱਪ। ਅਚਰਜਤਾ ਵਿੱਚ ਆ ਕੇ ਬੋਲ ਖੋ ਜਾਂਦੇ ਹਨ, ਅਬੋਲ ਹੋ ਜਾਂਦਾ ਹੈ। ਉਹ ਅਬੋਲ ਅਵਸਥਾ ਵਿਸਮਾਦ ਹੈ। ਐਸੀ ਅਵਸਥਾ ਵੀ ਇੱਕ ਹੈ ਜਿੱਥੇ ਬੋਲ ਖੋ ਜਾਂਦੇ ਹਨ। ਦੋ ਪ੍ਰੇਮੀ ਜਦ ਮੁੱਦਤਾਂ ਦੇ ਵਿਛੜੇ ਮਿਲਦੇ ਹਨ, ਉਸ ਵਕਤ ਵੀ ਅਬੋਲ ਅਵਸਥਾ ਘਟਿਤ ਹੁੰਦੀ ਹੈ। ਕੁਝ ਕਹਿਣਾ ਵੀ ਚਾਹੁੰਦੇ ਹਨ, ਕੁਝ ਕਹਿ ਵੀ ਨਹੀਂ ਸਕਦੇ। ਹਿਰਦੇ ਨੂੰ ਗਹਿਰਾ ਹੁਲਾਸ ਹੋਇਆ ਹੈ, ਉਸ ਚੋਟ ਨਾਲ ਰੋਣਾ ਨਿਕਲ ਆਇਆ ਹੈ। ਇੱਥੇ ਵੀ ਬੋਲ ਖੋ ਗਏ ਹਨ। ਜਦ ਜਨਮਾਂ ਦਾ ਵਿਛੜਿਆ ਪਰਮਾਤਮਾ ਮਿਲਦਾ ਹੈ, ਉਸ ਦੇ ਮਿਲਦਿਆਂ ਜੋ ਅਬੋਲ ਅਵਸਥਾ ਬਣਦੀ ਹੈ, ਜੋ ਪਰਮ ਆਨੰਦ ਮਿਲਦਾ ਹੈ, ਉਸ ਨੂੰ ਬੋਲ ਕੇ ਦੱਸਣਾ ਔਖਾ ਹੈ। ਬੋਲ ਬਹੁਤ ਛੋਟੇ ਹਨ, ਬੋਲਾਂ ਦੀ ਸੀਮਾ ਹੈ। ਉਹ ਅਸੀਮ ਜਦ ਆਣ ਮਿਲਦਾ ਹੈ ਤਾਂ ਸੀਮਤ ਬੋਲਾਂ ਨਾਲ ਵਰਣਨ ਕਰਨਾ ਔਖਾ ਹੋ ਜਾਂਦਾ ਹੈ। ਕਿਆ ਕਹੀਏ ਕਿਛ ਕਹੀ ਨਾ ਜਾਏ। ਭੈਰੋ ਮਹੱਲਾ ਪਹਿਲਾ ਅੰਗ 1125। ਜੇ ਹੋ ਜਾਣਾ ਆਖਾ ਨਾਹੀ, ਕਹਿਣਾ ਕਥ ਨਾ ਜਾਈ। ਜਪਜੀ। ਕਥਨ ਕਹਿਨ ਕੋ ਸੋਝੀ ਨਾਹੀ, ਜੋ ਪੇਖੈ ਤਿਸ ਬਣ ਆਵੈ। ਰਾਮਕਲੀ ਮਹੱਲਾ ਪੰਜਵਾਂ ਅੰਗ 883। ਹਉ ਬਿਸਮ ਭਈ ਜੀ ਹਰ ਦਰਸ਼ਨ ਦੇਖ ਅਪਾਰਾ। ਸੂਈ ਮਹੱਲਾ ਪੰਜਵਾਂ ਅੰਗ 784। ਆਨੰਦ ਦਾ ਸਾਗਰ ਉਮੜਿਆ ਹੈ। ਰਸਨਾ ਦੀ ਟੋਟੀ ਵਿੱਚੋਂ ਇਸ ਸਾਗਰ ਨੂੰ ਕੱਢਣਾ ਔਖਾ ਹੈ। ਵਿਸਮਾਦ ਛਾਇਆ ਰਹਿੰਦਾ ਹੈ।
ਇਸ ਵਿਸਮਾਦੀ ਅਵਸਥਾ ਵਿੱਚ ਅਗਰ ਬੋਲ ਨਿਕਲਦੇ ਹਨ ਤਾਂ ਬੋਲ ਖਸਮ ਦੇ ਹਨ। ਇੰਜ ਕਹਿਣਾ ਚਾਹੀਦਾ ਹੈ ਕਿ ਖਸਮ ਹੀ ਬੋਲਦਾ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸਰਾ ਕਰੀ ਗਿਆਨ ਵੇ ਲਾਲੋ। ਤਲਿੰਗ ਮਹੱਲਾ ਪਹਿਲਾ ਅੰਗ 722। ਬੋਲ ਚਾਲ ਤਿੰਨ ਤਰ੍ਹਾਂ ਦੀ ਹੁੰਦੀ ਹੈ। ਇੱਕ ਤਾਂ ਦੋ ਅਗਿਆਨੀਆਂ ਦੇ ਵਿੱਚ ਗੁਫ਼ਤਗੂ ਹੁੰਦੀ ਹੈ, ਉਹ ਖੂਬ ਜ਼ੋਰ ਦੀ ਹੁੰਦੀ ਹੈ, ਕਈ ਦਫਾ ਸਾਰਾ ਦਿਨ ਹੁੰਦੀ ਹੈ। ਉਸ ਦਿਨ ਦੋਵੇਂ ਆਪਣੀ ਆਪਣੀ ਕਹਿੰਦੇ ਹਨ, ਸੁਣਦੇ ਇੱਕ ਦੂਜੇ ਦੀ ਵੀ ਨਹੀਂ। ਇਸ ਵਾਸਤੇ ਉਹਨਾਂ ਦੀ ਬੋਲਚਾਲ ਵਿੱਚ ਤਾਲਮੇਲ ਨਹੀਂ ਹੋਵੇਗਾ। ਫਿਰ ਇੱਕ ਅਗਿਆਨੀ ਤੇ ਦੂਜੇ ਪਰਮ ਗਿਆਨੀ ਵਿੱਚ ਚਰਚਾ ਚੱਲਦੀ ਹੈ। ਇੱਕ ਸਰੋਤ ਹੈ, ਸੁਣਦਾ ਹੈ, ਦੂਜਾ ਬੋਲਦਾ ਹੈ। ਇੱਕ ਹੋਰ ਚਰਚਾ ਦਾ ਢੰਗ ਹੈ, ਦੋ ਬ੍ਰਹਮ ਗਿਆਨੀਆਂ ਦੀ ਚਰਚਾ। ਇੱਕ ਦੂਜੇ ਨੂੰ ਵੇਖ ਦੋਵੇਂ ਚੁੱਪ ਹੋ ਜਾਣਗੇ, ਕਿਉਂਕਿ ਦੋਵਾਂ ਦਾ ਹਿਰਦਾ ਸਮਤਲ 'ਤੇ ਹੈ, ਬਰਾਬਰ ਹੈ। ਦੋ ਬ੍ਰਹਮ ਗਿਆਨੀ ਜਦ ਮਿਲਣਗੇ ਤਾਂ ਉਹਨਾਂ ਦੀ ਵਾਰਤਾ ਨਹੀਂ ਹੋਵੇਗੀ। ਇਹ ਇੱਕ ਦੂਜੇ ਨੂੰ ਜਿਤਨਾ ਜਾਣਦੇ ਹਨ, ਹੋਰ ਕੋਈ ਵੀ ਨਹੀਂ ਜਾਣਦਾ। ਪਰਮਾਤਮਾ ਨੂੰ ਮਨ ਬਣੀ ਬੁੱਧ ਤੋਂ ਪਰੇ ਆਖਦੇ ਹਨ। ਉਸ ਪਰਮ ਵਿਸਮਾਦ ਵਿੱਚ ਤਾਂ ਬਸ ਖਾਮੋਸ਼ੀ ਹੈ, ਕਹਿਣਾ ਬਣਦਾ ਹੀ ਨਹੀਂ। ਇਸ ਵਾਸਤੇ ਭਗਤਾਂ ਨੇ ਆਖਿਆ ਹੈ, ਅਸੀਂ ਉਸ ਨੂੰ ਕਿਵੇਂ ਬਿਆਨ ਕਰੀਏ, ਅਸੀਂ ਤਾਂ ਗੂੰਗੇ ਹਾਂ। ਕਹਿ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਐ। ਗੌੜੀ ਸ਼੍ਰੀ ਕਬੀਰ ਜੀ ਅੰਗ 334। ਅਨੰਤ ਆਨੰਦ ਦਾ ਸਾਗਰ ਪ੍ਰਗਟ ਹੋਇਆ ਹੈ, ਬ੍ਰਹਮੰਡਾਂ ਦਾ ਮਾਲਕ ਆ ਕੇ ਬਿਰਾਜਮਾਨ ਹੋਇਆ ਹੈ। ਹੁਣ ਨਿੱਕੀ ਜਿਹੀ ਇਹ ਰਸਨਾ ਕੀ ਬਿਆਨ ਕਰੇ। ਇੱਥੇ ਤਾਂ ਰੋਮ ਰੋਮ ਰਸਨਾ ਬਣ ਜਾਂਦੀ ਹੈ, ਰੋਏ ਰੋਏ ਖੜੇ ਹੋ ਜਾਂਦੇ ਹਨ। ਅੱਖਾਂ ਹੀ ਦੱਸਦੀਆਂ ਹਨ, ਕੁਝ ਐਸਾ ਘਟਿਤ ਹੋਇਆ ਹੈ ਜੋ ਵਰਣਨ ਤੋਂ ਪਰੇ ਹੈ। ਬਿਸਮ 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 ਹੀ ਪਈ ਹੈ, ਲਾਲ ਗੁਲਾਲ ਰੰਗਾਰੈ। ਕਹੋ ਨਾਨਕ ਸੰਤਨ ਰਸ ਆਈ ਹੈ, ਜੋ ਚਾਖ ਗੁੰਗਾ ਮੁਸਕਾਰੈ। ਕਾਨੜਾ ਮਹੱਲਾ ਪੰਜਵਾਂ ਅੰਗ 1302। ਪ੍ਰਸੰਨਤਾ ਹੈ, ਮੁਸਕਰਾਹਟ ਹੈ, ਖੁਸ਼ੀਆਂ ਦੇ ਘਣੇ ਬੱਦਲ ਛਾਏ ਹਨ, ਪਰ ਵਰਣਨ ਤੋਂ ਪਰੇ ਹੈ। ਐਸੀ ਅਵਸਥਾ ਵਿਸਮਾਦ ਹੈ ਤੇ ਵਿਸਮਾਦ ਪਰਮ ਰਸ ਹੈ। ਭਾਗ 8ਵਾਂ। ਭੈ ਸਾਗਰ। ਸੰਸਾਰ ਨੂੰ ਸਾਡੇ ਦੇਸ਼ ਦੇ ਸੰਤ ਜਨਾਂ ਨੇ ਭੈ ਸਾਗਰ ਆਖਿਆ ਹੈ। ਸਾਗਰ ਵਿੱਚ ਜਿਵੇਂ ਪਾਣੀ ਹੀ ਪਾਣੀ ਹੈ, ਜਗਤ ਵਿੱਚ ਤਿਵੇਂ ਭੈ ਹੀ ਭੈ ਹੈ। ਸੰਸਾਰ ਸਾਗਰ ਦਾ ਪਾਣੀ ਭੈ ਹੈ, ਤਦੇ ਤਾਂ ਜਗਤ ਨੂੰ ਭੌਜਲ ਵੀ ਆਖਦੇ ਹਨ। ਸਾਗਰ ਵਿੱਚ ਤਾਂ ਕਦੇ ਕਦਾਈ ਹਾਦਸਾ ਹੁੰਦਾ ਹੈ, ਕੋਈ ਜਹਾਜ਼ ਡੁੱਬ ਜਾਂਦਾ ਹੈ, ਪਰ ਸੰਸਾਰ ਸਾਗਰ ਵਿੱਚ ਤਾਂ ਜਗਤ ਜੀਵਨ ਹੀ ਡੁੱਬ ਰਿਹਾ ਹੈ। ਤੇ ਸਰਵਰ ਦੇ ਭੈਲੇ ਨਿਵਾਸਾ ਪਾਣੀ ਪਾਵਕਤ ਨੇ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤੈ ਡੁਬੀਅਲੇ। ਆਸਾ ਮਹੱਲਾ ਪਹਿਲਾ ਅੰਗ 12। ਭੈ ਆਤਮ ਸੁਰੱਖਿਆ ਜ਼ਰੂਰ ਹੈ, ਅਗਰ ਇਹ ਸੀਮਾ ਵਿੱਚ ਹੋਵੇ। ਪੰਛੀਆਂ ਵਿੱਚ ਜਲ ਜੰਤੂ ਤੇ ਥਲ ਜੰਤੂ ਆਪਣੀ ਸੁਰੱਖਿਆ ਭੈ ਭੀਤ ਹੋ ਕਰਦੇ ਹਨ। ਪਸ਼ੂ ਪੰਛੀ ਜਾਂ ਜਲ ਜੰਤੂ ਉਸ ਵਕਤ ਭੈ ਭੀਤ ਹੁੰਦੇ ਹਨ ਜਦ ਉਹਨਾਂ ਨੂੰ ਕੋਈ ਖਤਰਾ ਭਾਂਸਦਾ ਹੋਵੇ। ਖਤਰਾ ਦਿਸਦਿਆਂ ਪਸ਼ੂ ਭੈ ਭੀਤ ਹੋ ਆਪਣੀ ਸੁਰੱਖਿਆ ਲਈ ਦੌੜਦਾ ਹੈ, ਛੁਪਦਾ ਹੈ। ਜਦ ਖਤਰਾ ਕੋਈ ਨਾ ਹੋਵੇ ਤਾਂ ਪਸ਼ੂ ਨਿਰਭੈ ਹੋ ਬੜੇ ਪ੍ਰਸੰਨਚਿਤ ਵਿਚਰਦੇ ਹਨ ਤੇ ਨਿਸ਼ਚਿਤ ਹੋ ਸੌਂਦੇ ਹਨ। ਇੱਕ ਮਨੁੱਖ ਹੀ ਐਸਾ ਪ੍ਰਾਣੀ ਹੈ ਜੋ ਹਰ ਵਕਤ ਡਰਿਆ ਰਹਿੰਦਾ ਹੈ। ਖਤਰਾ ਕੋਈ ਹੈ ਨਹੀਂ, ਪਰ ਖਤਰੇ ਦੀ ਕਲਪਨਾ ਕਰ ਭੈ ਭੀਤ ਰਹਿੰਦਾ ਹੈ ਤੇ ਭੈ ਜੀਵਨ ਦਾ ਬੋਝ ਬਣ ਜੀਵਨ ਦਾ ਸਾਰਾ ਰਸ ਖੋਹ ਲੈਂਦਾ ਹੈ। ਮੌਤ ਆਵਣ ਤੋਂ ਪਹਿਲਾਂ ਮੌਤ ਦਾ ਡਰ, ਕਿਧਰੇ ਮੈਂ ਬਿਮਾਰ ਨਾ ਪੈ ਜਾਵਾਂ, ਕਮਾਇਆ ਹੋਇਆ ਧਨ ਨਾਸ ਨਾ ਹੋ ਜਾਵੇ, ਬਣੀ ਬਣਾਈ ਇੱਜ਼ਤ ਪ੍ਰਤਿਸ਼ਠਾ ਵਿੱਚ ਕੋਈ ਵਿਘਨ ਨਾ ਪੈ ਜਾਵੇ, ਜੀਵਨ ਦੀ ਦੌੜ ਵਿੱਚ ਮੈਂ ਕਿਧਰੇ ਪਿੱਛੇ ਨਾ ਰਹਿ ਜਾਵਾਂ। ਇਸ ਤਰ੍ਹਾਂ ਇੱਕ ਜੀਵਨ ਵਿੱਚ ਅਨੇਕ ਤਰ੍ਹਾਂ ਦੇ ਭੈ ਨੂੰ ਆਪਣੇ ਜੀਵਨ ਵਿੱਚ ਸਮੋ ਕੇ ਜੀਵਨ ਨੂੰ ਨਰਕ ਬਣਾ ਲੈਂਦਾ ਹੈ। ਸੀਮਾ ਤੋਂ ਵੱਧ ਭੈ ਆਤਮਘਾਤ ਹੈ ਔਰ ਇਸ ਤਰ੍ਹਾਂ ਦਾ ਭੈ ਇੱਕ ਮਾਨਸਿਕ ਰੋਗ ਹੈ। ਭੈ ਦੀ ਮਾਤਰਾ ਦੇ ਵੱਧਦੇ ਹੀ ਮਨ ਦਾ ਸੰਤੁਲਨ ਡਾਵਾਂਡੋਲ ਹੋ ਜਾਂਦਾ ਹੈ ਤੇ ਨੌਬਤ ਪਾਗਲਪਨ ਤੱਕ ਵੀ ਆ ਜਾਂਦੀ ਹੈ। ਕਿਸੇ ਖਾਸ ਵਸਤੂ ਜਾਂ ਕਿਸੇ ਖਾਸ ਜੀਵ ਦਾ ਭੈ ਬਹੁਤ ਗਹਿਰੇ ਤਲ ਵਿੱਚ ਚਲਾ ਜਾਵੇ ਤਾਂ ਉਸ ਨੂੰ ਜਲਦੀ ਬਾਹਰ ਕੱਢਣਾ ਔਖਾ ਹੋ ਜਾਂਦਾ ਹੈ। ਜਿਵੇਂ ਕਿਸੇ ਨੂੰ ਬਚਪਨ ਵਿੱਚ ਚੂਹੇ ਨੇ ਕੱਟ ਲਿਆ ਸੀ ਤਾਂ ਹੁਣ ਚੂਹੇ ਨੂੰ ਵੇਖਦਿਆਂ ਚੀਖ ਨਿਕਲ ਜਾਂਦੀ ਹੈ। ਕੋਈ ਚੀਜ਼ ਖਾਧੀ ਸੀ, ਉਹ ਪਚੀ ਨਹੀਂ ਤੇ ਉਲਟੀ ਹੋ ਗਈ ਸੀ ਤਾਂ ਇਤਨਾ ਭੈ ਅੰਦਰ ਸਮਾ ਗਿਆ, ਉਸ ਵਸਤੂ ਨੂੰ ਵੇਖਦਿਆਂ ਪ੍ਰਾਣ ਕੰਬਣ ਲੱਗ ਪਏ। ਚੱਲਦਾ